जल की प्रीत पवन का थंबा, रक्त बूंद का गारा। हाँ जी दोस्तों, वेलकम बैक टू सिंह ब्लॉग्स। आज बाबा जी ने 10 दिसंबर को डेरा ब्यास में सत्संग फरमाया। ठंड बहुत थी, सुबह सुबह और कोहरा भी था, इसलिए संगत नॉर्मल ही आई हुई थी, जैसा आप देख सकते हो माहौल। और जैसे ही बाबा जी स्टेज पर आए, बहुत अच्छा सीन चल रहा था। उसी टाइम दर्शन पाठी जी शब्द पढ़ रहे थे, गुरु मोहे अपना रूप दिखाओ, यह तो रूप धरा तुम सरगुण, जीव उबार कराओ, जो कि स्वामी जी महाराज का है। ये शब्द पूरा सूट बैठ रहा था उस टाइम, और वही सुंदर लय में ये शब्द गाया गया। उसके बाद रोड़ा पाठी जी ने तीसरे पातशाही जी की बाणी ली, हर की पूजा दुलम है संतो, कहना कछू ना जाई। और आज सत्संग के दौरान एक भाई बहुत ज़ोर ज़ोर से चिल्लाए, वो भी अपना होश बहुत जज्बाती हो गए थे, अपने आप पर कंट्रोल नहीं कर सके। काफ़ी दोस्तों ने आवाज़ सुनी होगी उनकी, और सूरत भी लग रही थी उनकी। और आज जो बाबा जी ने फरमाया वो आपके साथ शेयर किया जाएगा, तो नए दोस्त पहले ही सब्सक्राइब कर लें जिन्होंने अभी तक नहीं किया। गुरु मोहे अपना रूप दिखाओ, गुरु मोहे अपना रूप दिखाओ, ये तो रूप धरा तुम सरगुण। ਬਾਬਾ ਜੀ ਨੇ ਫਰਮਾਇਆ ਕਿ ਤੀਸਰੀ ਪਾਤਸ਼ਾਹੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਭ ਤੋਂ ਪਹਿਲਾਂ ਭਗਤੀ ਕਿਹਦੀ ਕਰਨੀ ਹੈ, ਔਰ ਫਿਰ ਭਗਤੀ ਦਾ ਕਿਹੜਾ ਸਾਧਨ ਅਪਣਾਉਣਾ ਹੈ। ਇਹ ਠੀਕ ਹੈ ਕਿ ਭਗਤੀ ਆਪਾਂ ਸਾਰੇ ਹੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਭਗਤੀ ਵਿੱਚ ਬੈਠਦੇ ਹਾਂ, ਮਗਰ ਜਿੰਨਾ ਚਿਰ ਸਾਨੂੰ ਇਹੀ ਨਹੀਂ ਪਤਾ ਕਿ ਭਗਤੀ ਕਰਨੀ ਕਿਹਦੀ ਹੈ, ਅਸੀਂ ਆਸਾਨ ਤੋਂ ਆਸਾਨ ਤਰੀਕਾ ਲੱਭਦੇ ਹਾਂ। ਆਸਾਨ ਤਰੀਕਾ ਕੀ ਹੈ ਕਿ ਇਹਨਾਂ ਬਾਹਰਮੁਖੀ ਸਾਧਨਾਂ ਨੂੰ, ਇਹ ਅਲੱਗ-ਅਲੱਗ ਸੰਤਾਂ ਮਹਾਤਮਾ ਨੂੰ ਲੈ ਕੇ ਸਾਡਾ ਦਾਇਰਾ ਉੱਥੇ ਤੱਕ ਹੀ ਸੀਮਿਤ ਰਹਿ ਜਾਂਦਾ ਹੈ, ਅਸੀਂ ਉਸ ਇੱਕ ਤੱਕ ਨਹੀਂ ਜਾਂਦੇ। ਸੋ ਭਗਤੀ ਦਾ ਮਕਸਦ ਇਹ ਹੈ ਕਿ ਸਾਨੂੰ ਉਸ ਸੱਚ ਦਾ ਅਹਿਸਾਸ ਹੋਵੇ, ਅਸੀਂ ਆਪਣੇ ਆਪ ਨੂੰ ਉਸ ਇੱਕ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਭਗਤੀ ਆਪਾਂ ਉਸ ਇੱਕ ਦੀ ਕਰਨੀ ਹੈ, ਅਸੀਂ ਦਵੈਤ ਵਿੱਚ ਫਸ ਗਏ ਹਾਂ। ਇਸੇ ਕਰਕੇ ਮਨ ਵਿੱਚ ਉਹ ਸਵਾਲ ਉੱਠਦਾ ਹੈ ਕਿ ਮੇਰਾ ਇਹ ਧਰਮ ਹੈ, ਇਹ ਮਜ਼ਹਬ ਹੈ, ਤਾਂ ਮੈਂ ਕਿਹਦੀ ਭਗਤੀ ਕਰਾਂ। ਅੱਜ ਤੱਕ ਕੋਈ ਹੈ ਧਰਮ, ਮਜ਼ਹਬ ਜਾਂ ਫਿਲਾਸਫੀ ਜਿਹਨੇ ਕਿਹਾ ਹੋਵੇ 2 ਮਾਲਿਕ ਹਨ ਜਾਂ 3 ਮਾਲਿਕ ਹਨ। ਅੱਗੇ ਬਾਬਾ ਜੀ ਨੇ ਪਲਟੂ ਸਾਹਿਬ ਜੀ ਦਾ ਉਦਾਹਰਨ ਦਿੱਤਾ ਕਿ ਆਪਨੇ ਫਰਮਾਇਆ ਸੀ, ਦਾਸ ਪਲਟੂ ਕਹੈ ਏਕ ਹੀ ਏਕ ਹੈ, ਦੂਸਰ ਨਾ ਹੀ ਕੋਈ। ਹੁਣ ਮਹਾਂਪੁਰਖ ਤਾਂ ਸਾਨੂੰ ਉਸ ਇੱਕ ਦੇ ਨਾਲ ਜੋੜਨ ਵਾਸਤੇ ਆਉਂਦੇ ਹਨ, ਕੋਈ ਆਪਣੀ ਭਗਤੀ ਕਰਾਉਣ ਵਾਸਤੇ ਨਹੀਂ ਆਏ। ਇਹ ਸਾਡੀ ਗਲਤ ਫਹਿਮੀ ਹੈ ਕਿ ਅਸੀਂ ਆਪਣੇ ਆਪ ਨੂੰ ਵੰਡ ਕੇ ਰੱਖ ਲਿਆ। ਬਾਣੀ ਵਿੱਚ ਆਪਨੇ ਕਿਹਾ ਸੀ, ਜਗ ਜੀਵਨ ਸਾਚਾ ਏਕੋ ਦਾਤਾ। ਇਹ ਜਗ ਨੂੰ ਜੀਵਨ ਦੇਣ ਵਾਲਾ, ਇਹ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਉਹ ਇੱਕ ਮਾਲਿਕ ਹੈ, ਔਰ ਸਿਰਫ ਇਨਸਾਨਾਂ ਦਾ ਨਹੀਂ, ਸਾਰੇ ਜੀਵਾਂ ਦਾ। ਅੱਗੇ ਬਾਬਾ ਜੀ ਨੇ ਇੱਕ ਤੁਕ ਫਰਮਾਈ ਸੀ ਗੁਰਬਾਣੀ ਦੀ, ਬੁਰਾ ਤਾਂ ਅਸੀਂ ਉਹਨੂੰ ਆਖੀਏ ਜੇ ਉਹਨਾਂ ਨੂੰ ਕਿਸੇ ਹੋਰ ਮਾਲਿਕ ਨੇ ਬਣਾਇਆ ਹੋਵੇ। ਸੋ ਇਹ ਸਾਰੀ ਸ੍ਰਿਸ਼ਟੀ ਮਾਲਿਕ ਨੇ ਬਣਾਈ ਹੋਈ ਹੈ, ਇਹ ਉਹਦੀ ਕਾਇਨਾਤ ਹੈ। ਸੋ ਇਸ ਕਾਇਨਾਤ ਵਿੱਚ ਰਹਿ ਕੇ ਅਸੀਂ ਉਸ ਮਾਲਿਕ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਸੋ ਜੇ ਭਗਤੀ ਕਰਨੀ ਹੈ, ਉਸ ਇੱਕ ਦੀ ਕਰਨੀ ਹੈ। ਅੱਗੇ ਇੱਕ ਹੋਰ ਗੁਰਬਾਣੀ ਦੀ ਤੁਕ ਫਰਮਾਈ ਗਈ ਸੀ, ਫਿਰ ਆਪ ਕਹਿੰਦੇ ਹਨ, ਸਭਨਾ ਜੀਆਂ ਕਾ ਏਕੋ ਦਾਤਾ। ਸਾਰੇ ਜੀਵਾਂ ਦਾ, ਸਾਰੀ ਸ੍ਰਿਸ਼ਟੀ ਦਾ ਉਹ ਇੱਕ ਮਾਲਿਕ ਹੈ, ਔਰ ਉਹੀ ਸਾਡੀ ਭਗਤੀ ਦੇ ਕਾਬਿਲ ਹੈ। ਮਗਰ ਆਪਾਂ ਆਸਾਨ ਤਰੀਕਾ ਲੱਭਦੇ ਲੱਭਦੇ ਜਿਹੜਾ ਸਾਹਮਣੇ ਬੈਠਾ ਹੈ ਉਹਦੇ ਮੱਥੇ ਟੇਕਣੇ ਸ਼ੁਰੂ ਕਰ ਦਿੰਦੇ ਹਾਂ। ਬਾਬਾ ਜੀ ਨੇ ਅੱਗੇ ਰੂਹਾਨੀ ਸਰੂਪ ਬਾਰੇ ਵੀ ਸਮਝਾਇਆ ਕਿ ਜਿਵੇਂ ਸਵਾਮੀ ਜੀ ਮਹਾਰਾਜ ਨੇ ਲਿਖਿਆ ਹੈ, ਗੁਰੂ ਮੋਹੇ ਆਪਣਾ ਰੂਪ ਦਿਖਾਓ। ਹੁਣ ਜੇ ਉਹ ਕੋਈ ਜਿਸਮਾਨੀ ਸਰੂਪ ਹੈ, ਸਾਡੇ ਸਾਹਮਣੇ ਹੈ, ਤਾਂ ਫਿਰ ਆਪ ਨੂੰ ਇਹ ਕਹਿਣ ਦੀ ਕੀ ਜ਼ਰੂਰਤ ਸੀ ਕਿ ਆਪਣੇ ਸਰੂਪ ਦੇ ਦਰਸ਼ਨਾਂ ਦਾ ਦੀਦਾਰ ਬਖਸ਼ ਦੇ। ਇਹ ਤੋ ਰੂਪ ਧਰਾ ਤੁਮ ਸਰਗੁਣ, ਇਹ ਸਰਗੁਣ ਸਰੂਪ ਹੈ। ਸਾਨੂੰ ਅਸਲ ਦੀ ਪਹਿਚਾਨ ਚਾਹੀਦੀ ਹੈ। ਜੀਵ ਉਧਾਰ ਕਰਾਓ, ਸਾਡਾ ਉਧਾਰ ਕਰਨ ਵਾਸਤੇ
ਸਾਨੂੰ ਸਿਖਾਉਣ ਵਾਸਤੇ ਧਾਰਿਆ ਹੈ। ਰੂਪ ਤੁਮਹਾਰਾ ਅਗਮ ਅਪਾਰਾ, ਸੋਹੀ ਅਬ ਦਰਸਾਓ। ਆਪ ਬੇਨਤੀ ਕਰ ਰਹੇ ਹਨ ਰੂਹਾਨੀ ਸਰੂਪ, ਉਹ ਰੂਹਾਨੀ ਸਰੂਪ ਜੋ ਕਦੇ ਬਦਲਦਾ ਨਹੀਂ। ਉਹਦਾ ਕੋਈ ਮਜ਼ਹਬ ਨਹੀਂ ਹੈ, ਉਹਦੀ ਕੋਈ ਜਾਤ ਨਹੀਂ ਹੈ, ਉਹਦਾ ਕੋਈ ਨਿਸ਼ਾਨ ਨਹੀਂ ਹੈ। ਘਟ ਘਟ ਮੇਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਆਪ ਨੇ ਇਹ ਨਹੀਂ ਕਿਹਾ ਕਿ ਸਿੱਖਾਂ ਵਿੱਚ, ਹਿੰਦੂਆਂ ਵਿੱਚ, ਈਸਾਈਆਂ ਵਿੱਚ ਸਭ ਘਟ ਸਾਰਿਆਂ ਦੇ ਅੰਦਰ ਹੈ। ਕਬੀਰ ਸਾਹਿਬ ਦਾ ਵੀ ਉਦਾਹਰਨ ਦਿੱਤਾ ਗਿਆ। ਆਪ ਨੇ ਫਰਮਾਇਆ ਸੀ, ਸਭ ਘਟ ਮੇਰੇ ਸਾਈਆਂ, ਸੂਨੀ ਸੇਜ ਨਾ ਕੋਏ, ਬਲਿਹਾਰੀ ਵਹਿ ਘਟ ਕੀ, ਜਹ ਘਟ ਪ੍ਰਗਟ ਹੋਏ। ਅਸੀਂ ਬਾਹਰ ਮੁਖੀ ਹੋ ਕੇ ਬੈਠ ਗਏ। ਅਸੀਂ ਹਰੇਕ ਚੀਜ਼ ਨੂੰ ਇੱਕ ਫਿਜ਼ੀਕਲ ਪ੍ਰੋਜੈਕਸ਼ਨ ਕਰਕੇ ਅਸੀਂ ਦੇਖਦੇ ਹਾਂ, ਮਗਰ ਦੁਨੀਆ ਵਿੱਚ ਜੋ ਵੀ ਦੇਖਦੇ ਹਾਂ ਉਹ ਆਰਜ਼ੀ ਹੈ, ਉਹ ਟੈਂਪਰੇਰੀ ਹੈ। ਇਹਨਾਂ ਵਿੱਚੋਂ ਕਿਸੇ ਚੀਜ਼ ਨੇ ਸਦਾ ਵਾਸਤੇ ਨਹੀਂ ਨਿਭਣਾ। ਜਿਹੜੀ ਚੀਜ਼ ਨਿਭੂਗੀ ਉਹਦੇ ਵੱਲ ਇਨਸਾਨ ਧਿਆਨ ਨਹੀਂ ਦਿੰਦਾ। ਸੋ ਆਪਾਂ ਉਸ ਕੁੱਲ ਮਾਲਿਕ ਦੀ ਖੋਜ ਕਰਨੀ ਹੈ, ਭਗਤੀ ਕਰਨੀ ਹੈ, ਜੋ ਸਾਨੂੰ ਅੰਦਰੋਂ ਜਾ ਕੇ ਹਾਸਿਲ ਹੋਊਗਾ। ਜਿੰਨਾ ਚਿਰ ਸਾਡਾ ਧਿਆਨ ਬਾਹਰ ਹੈ, ਅਸੀਂ ਦਵੈਤ ਦੀ ਭਾਵਨਾ ਵਿੱਚ ਬੈਠੇ ਹਾਂ। ਜਿੰਨਾ ਚਿਰ ਖਿਆਲ ਨੂੰ ਇਕੱਠਾ ਕਰਕੇ ਉਸ ਏਕਤਾ ਵਿੱਚ ਨਹੀਂ ਜਾਵਾਂਗੇ। ਵੇਦਾਂ ਸ਼ਾਸਤਰਾਂ ਨੇ ਇੱਕ ਏਕਾ ਕਹਿ ਕੇ ਬਿਆਨ ਕੀਤਾ ਹੈ, ਇੱਕ। ਸੋ ਭਗਤੀ ਉਸ ਇੱਕ ਦੀ ਕਰਨੀ ਹੈ। ਸਾਡੀ ਭਗਤੀ ਦੇ ਕਾਬਿਲ ਸਿਰਫ ਉਹ ਇੱਕ ਹੈ। ਸਤਸੰਗ ਦੇ ਦੌਰਾਨ ਬੁੱਲੇ ਸ਼ਾਹ ਦਾ ਵੀ ਐਗਜ਼ਾਮਪਲ ਦਿੱਤਾ ਗਿਆ ਕਿ ਆਪ ਨੇ ਫਰਮਾਇਆ ਸੀ, ਲੱਖ ਵਾਰ ਜੇ ਕਰੇ ਇਬਾਦਤ, ਕਦੇ ਨਾ ਬਣੇ ਨਮਾਜ਼ੀ। ਜੇਕਰ ਪਿਆਰ ਨਾ ਹੋਸੀ ਪੱਲੇ, ਰੱਬ ਨਾ ਹੋਸੀ ਰਾਜ਼ੀ। ਜਿੰਨਾ ਚਿਰ ਸਾਡੇ ਅੰਦਰ ਪ੍ਰੇਮ ਔਰ ਪਿਆਰ ਦੀ ਭਾਵਨਾ, ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਕੇ ਖਿਆਲ ਨੂੰ ਇਕਾਗਰ ਕਰਕੇ ਅੰਦਰ ਲੈ ਕੇ ਉਸ ਰਸਤੇ ਤੇ ਨਹੀਂ ਚੱਲਾਂਗੇ, ਸਾਡਾ ਧਿਆਨ ਤਾਂ ਬਾਹਰਮੁਖੀ ਸਾਧਨਾ ਵਿੱਚ ਫਸਿਆ ਹੋਇਆ ਹੈ। ਅਸੀਂ ਸੋਚਦੇ ਹਾਂ ਕਿਸੇ ਧਰਮ ਸਥਾਨ ਤੇ ਜਾ ਕੇ, ਬਾਬਿਆਂ ਕੋਲੇ ਜਾ ਕੇ, ਤੁਸੀਂ ਜਿੰਨੇ ਮਰਜ਼ੀ ਬਾਬਿਆਂ ਕੋਲ ਜਾ ਕੇ ਆਸ਼ੀਰਵਾਦ ਲੈ ਲਓ, ਜੋ ਮਰਜ਼ੀ ਕਰ ਲਓ, ਮਿਲੂਗਾ ਆਪਣੀ ਕਰਨੀ ਦੇ ਨਾਲ, ਔਰ ਮਿਲੂਗਾ ਤਾਂ ਆਪਣੇ ਅੰਦਰੋਂ ਮਿਲੂਗਾ। ਕਬੀਰ ਸਾਹਿਬ ਨੇ ਸਮਝਾਇਆ ਸੀ, ਜੋ ਦੀਸੇ ਸੋ ਤੋ ਹੈ ਨਾਹੀ, ਜੋ ਹੈ ਸੋ ਕਹਾ ਨਾ ਜਾਈ, ਸਿਆਣਾ ਬਿਆਣਾ ਕਿਆ ਸਮਝਾਈ, ਗੂੰਗੇ ਕਾ ਗੁੜਵਾਈ। ਆਪ ਕਹਿੰਦੇ ਹਨ, ਜੋ ਦਿਖਾਈ ਦਿੰਦਾ ਹੈ ਉਹ ਤਾਂ ਉਹ ਹੈ ਨਹੀਂ, ਔਰ ਜੋ ਉਹ ਹੈ ਉਹ ਸਾਨੂੰ ਦਿਖਾਈ ਨਹੀਂ ਦਿੰਦਾ। ਸੰਤ ਮਹਾਤਮਾ ਕੀ ਆ ਕੇ ਸਮਝਾਉਣ, ਜਿਵੇਂ ਗੂੰਗੇ ਨੂੰ ਗੁੜ ਦੇ ਕੇ ਪੁੱਛੋ ਕਿ ਕਿੰਨਾ ਕੁ ਮਿੱਠਾ ਹੈ, ਉਹ ਗੁਣਗੁਣ ਦੇ ਸਿਵਾ ਹੋਰ ਕੁਝ ਬਿਆਨ ਨਹੀਂ ਕਰ ਸਕਦਾ। ਸੋ ਇਹ ਚੀਜ਼ਾਂ ਮਹਿਸੂਸ ਕਰਨ ਵਾਲੀਆਂ ਹਨ। ਅਸੀਂ ਲਫ਼ਜ਼ਾਂ ਦੇ ਦਾਇਰੇ ਵਿੱਚ ਆ ਜਾਂਦੇ ਹਾਂ। ਅਸੀਂ ਆਪਣੇ ਦਿਮਾਗ ਦੇ ਜ਼ਰੀਏ, ਆਪਣੀ ਇੰਟੈਲੈਕਟ ਦੇ ਜ਼ਰੀਏ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਬਾਬਾ ਜੀ ਨੇ ਗ੍ਰੰਥ ਪੋਥੀਆਂ ਉੱਤੇ ਵੀ ਕਿਹਾ ਕਿ ਗ੍ਰੰਥ ਪੋਥੀਆਂ ਮਹਾਂਪੁਰਖਾਂ ਦੀ ਜ਼ਿੰਦਗੀ ਦਾ ਨਿਚੋੜ ਹਨ। ਉਹਨਾਂ ਨੇ ਮਾਲਿਕ ਦੀ ਭਗਤੀ ਕਿਵੇਂ ਕੀਤੀ, ਉਹ ਇਹ ਅਨਮੋਲ ਦੌਲਤ, ਇਹ ਰੂਹਾਨੀ ਖਜ਼ਾਨਾ ਸਾਡੇ ਵਾਸਤੇ ਛੱਡ ਕੇ ਗਏ ਹਨ ਕਿ ਇਹਨੂੰ ਪੜ੍ਹ ਕੇ, ਇਹਨੂੰ ਅਮਲ ਵਿੱਚ ਲਿਆ ਕੇ ਅਸੀਂ ਵੀ ਇਹਨੂੰ ਮਹਿਸੂਸ ਕਰੀਏ। ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਪੜ੍ਹਨ ਦੇ ਨਾਲ ਸਾਨੂੰ ਸਾਰਾ ਕੁਝ ਪਤਾ ਚੱਲ ਜਾਊਗਾ। ਹੁਣ ਜੇ ਖਾਣੇ ਬਣਾਉਣ ਦੀ ਕਿਤਾਬ ਪੜ੍ਹੀ ਜਾਵਾਂਗੇ, ਕੀ ਉਹਦੇ ਨਾਲ ਸਾਡੀ ਭੁੱਖ ਮਿਟੂਗੀ? ਜੋ ਪੜ੍ਹਦੇ ਹਾਂ ਅਮਲ ਵਿੱਚ ਲਿਆਵਾਂਗੇ, ਰੋਟੀ ਬਣਾਵਾਂਗੇ, ਖਾਵਾਂਗੇ ਤਾਂ ਭੁੱਖ ਮਿਟੂਗੀ। ਇਸ ਕਰਕੇ ਕਰਨੀ ਦੇ ਨਾਲ, ਭਜਨ ਬੰਦਗੀ ਦੇ ਨਾਲ ਆਪਾਂ ਉਹ ਹਾਸਿਲ ਕਰਨ ਦੀ ਕੋਸ਼ਿਸ਼ ਕਰਨੀ ਹੈ, ਇਹ ਲਫ਼ਜ਼ਾਂ ਦੇ ਦਾਇਰੇ ਤੋਂ ਉੱਤੇ ਉੱਠ ਕੇ। ਹੁਣ ਸਾਰੀ ਉਮਰ ਆਪਾਂ ਪਹਿਲੀ ਕਲਾਸ ਵਿੱਚ ਨਹੀਂ ਬੈਠੇ ਰਹਿਣਾ, ਹੁਣ ਅੱਗੇ ਵਧਣਾ ਹੈ। ਬਥੇਰੀਆਂ ਗ੍ਰੰਥ ਪੋਥੀਆਂ ਹਨ, ਕਿਤਾਬਾਂ ਹਨ ਜੋ ਸਾਨੂੰ ਪਰਮਾਰਥ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਮਗਰ ਅੰਤ ਵਿੱਚ ਸਾਰਿਆਂ ਦਾ ਜੋ ਮੂਲ ਅੰਸ਼ ਹੈ ਉਹ ਇਹੀ ਹੈ ਕਿ ਇਹਨੂੰ ਅਮਲ ਵਿੱਚ ਲਿਆਓ ਔਰ ਉਸ ਰਸਤੇ ਤੇ ਖੁਦ ਚੱਲੋ। ਹੁਣ ਆਪ ਸਾਨੂੰ ਸੰਤ ਕਹਿ ਕੇ ਬਿਆਨ ਕਰ ਰਹੇ ਹਨ, ਸਾਡੀ ਅਵਸਥਾ ਇੰਨੀ ਉੱਚੀ ਲੈ ਕੇ ਜਾ ਰਹੇ ਹਨ ਕਿ ਸਾਡੇ ਅੰਦਰ ਉਹ ਕੌਨਫੀਡੈਂਸ ਆ ਸਕੇ ਕਿ ਅਸੀਂ ਵੀ ਪਰਮਾਰਥ ਦੀ ਭਗਤੀ ਕਰ ਸਕੀਏ। ਸਾਨੂੰ ਹਿੰਮਤ ਦੇਣ ਵਾਸਤੇ, ਤਸੱਲੀ ਦੇਣ ਵਾਸਤੇ ਉਹ ਸਾਡੇ ਔਗਣਾਂ ਨੂੰ ਨਹੀਂ ਦੇਖਦੇ, ਉਹ ਸਾਡੇ ਕਰਮਾਂ ਨੂੰ ਨਹੀਂ ਦੇਖਦੇ, ਉਹ ਸਾਡੇ ਅੰਦਰ ਉਸ ਰੂਹਾਨੀਅਤ ਦੀ ਜੋਤ ਨੂੰ ਦੇਖ ਰਹੇ ਹਨ। ਉਹਨਾਂ ਦਾ ਰਿਸ਼ਤਾ ਉਹਦੇ ਨਾਲ ਹੈ ਔਰ ਉਹਨੂੰ ਅੱਗੇ ਰੱਖ ਕੇ ਸਾਨੂੰ ਸੰਤ ਕਹਿ ਕੇ ਬਿਆਨ ਕਰ ਰਹੇ ਹਨ। ਹੁਣ ਮਹਾਂਪੁਰਖਾਂ ਦੀ ਹਿੰਮਰਤਾ ਦੇਖੋ, ਸਾਨੂੰ ਉਹਨਾਂ ਨੇ ਇੰਨਾ ਉੱਚਾ ਦਰਜਾ ਦੇ ਦਿੱਤਾ, ਮਗਰ ਜਦੋਂ ਆਪਣੇ ਬਾਰੇ ਉਹਨਾਂ ਨੇ ਚਰਚਾ ਕੀਤੀ ਤਾਂ ਦਾਸਾਂ ਦਾ ਦਾਸ, ਸੰਗਤ ਦੀ ਮਿੱਟੀ ਕਹਿ ਕੇ ਆਪਣੇ ਆਪ ਨੂੰ ਬਿਆਨ ਕੀਤਾ, ਕਿਉਂਕਿ ਉਹ ਸਿਰਫ ਉਦਾਹਰਨ ਬਣ ਕੇ ਆਏ ਸਨ। ਮਕਸਦ ਕੀ ਸੀ ਕਿ ਉਹ ਸੇਵਾ ਭਾਵਨਾ ਦੇ ਅੰਦਰ ਜੁੜ ਕੇ ਸਾਨੂੰ ਸਿਖਾਉਣ, ਸਾਨੂੰ ਸਮਝਾਉਣ। ਉਹਨਾਂ ਨੇ ਸਾਰੀ ਉਮਰ ਸੇਵਾ ਕੀਤੀ ਸੀ।
ਔਰ ਸਾਨੂੰ ਵੀ ਉਹਦੀ ਪ੍ਰੇਰਣਾ ਦਿੱਤੀ ਸੀ ਔਰ ਸਾਡਾ ਵਿਸ਼ਵਾਸ ਵਧਾਉਣ ਵਾਸਤੇ ਕਦੇ ਪਰਖ ਨਹੀਂ ਕੀਤੀ, ਕਦੇ ਉਂਗਲੀ ਨਹੀਂ ਉਠਾਈ।